हेलो एवरीवन, मेरा नाम है जी गगनदीप कौर, मैथ मिस्ट्रेस फ्रॉम गवर्नमेंट आदर्श सीनियर सैकेंडरी स्कूल बलेर खुर्द डिस्ट्रिक्ट तरन ताਰਨ। ਤੇ ਅੱਜ ਦਾ ਆਪਣਾ ਜੋ ਸਬਜੈਕਟ ਹੈ ਫਿਜ਼ਿਕਸ, ਉਹਦੇ ਵਿੱਚ ਆਪਾਂ ਨੇ ਟੌਪਿਕ ਲਿਆ ਆਪਣਾ ਵੇਵ ਆਪਟਿਕਸ, ਔਰ ਉਹਦੇ ਵਿੱਚ ਆਪਾਂ ਮੇਨ ਪੜਾਂਗੇ ਰਿਫਲੈਕਸ਼ਨ ਐਂਡ ਰਿਫਰੈਕਸ਼ਨ ਆਫ ਅ ਵੇਵ ਔਨ ਅ ਪਲੇਨ ਰਿਫਰੈਕਟਿੰਗ ਸਰਫੇਸ ਐਂਡ ਲਾਜ਼ ਆਫ ਰਿਫਲੈਕਸ਼ਨ ਐਂਡ ਰੀਫਰੈਕਸ਼ਨ। ਇਹ ਆਪਾਂ ਸਿਰਫ ਵੇਵ ਥਿਊਰੀ ਦੇ ਵਿੱਚ ਪੜ੍ਹਨਾ ਹੈ, ਠੀਕ ਹੈ। ਇਹਦੇ ਵਿੱਚ ਆਪਾਂ ਨੂੰ ਸ਼ੁਰੂਆਤ ਦੇ ਵਿੱਚ ਪਤਾ ਹੋਣਾ ਚਾਹੀਦਾ ਹੈ ਜੀ ਕਿ ਰਿਫਲੈਕਸ਼ਨ ਕੀ ਹੁੰਦੀ ਹੈ ਅਤੇ ਰਿਫਰੈਕਸ਼ਨ ਕੀ ਹੁੰਦੀ ਹੈ। ਤਾਂ ਆਪਾਂ ਸਭ ਤੋਂ ਪਹਿਲਾਂ ਪੜ੍ਹਾਂਗੇ ਰਿਫਲੈਕਸ਼ਨ ਆਫ ਲਾਈਟ। ਤਾਂ ਰਿਫਲੈਕਸ਼ਨ ਆਫ ਲਾਈਟ ਕੀ ਹੁੰਦੀ ਹੈ? ਇਟ ਇਜ਼ ਦੀ ਫਿਨੋਮੀਨਾ ਆਫ ਚੇਂਜ ਇਨ ਪਾਥ ਆਫ ਲਾਈਟ ਵਿਦਾਊਟ ਐਨੀ ਚੇਂਜ ਇਨ ਮੀਡੀਅਮ। ਜਦੋਂ ਆਪਣੇ ਕੋਲੇ ਕਿਸੇ ਵੀ ਸਰਫੇਸ, ਮੰਨ ਲਓ ਸਰਫੇਸ ਆਪਣਾ ਹੈਗਾ ਮਿਰਰ, ਤਾਂ ਮਿਰਰ ਦੇ ਉੱਪਰ ਕੀ ਹੈ, ਕੋਈ ਲਾਈਟ ਇੰਸੀਡੈਂਟ ਕਰੇਗੀ। ਉਸ ਲਾਈਟ ਨੂੰ ਆਪਾਂ ਬੋਲਾਂਗੇ ਇੰਸੀਡੈਂਟ ਰੇ, ਜਿਵੇਂ ਕਿ ਆਪਾਂ ਨੂੰ ਦਿਖ ਰਿਹਾ ਹੈ, ਠੀਕ ਹੈ। ਰੈੱਡ ਲਾਈਟ ਜੋ ਹੈ ਇੰਸੀਡੈਂਟ ਰੇ ਹੈ। ਉਹ ਕੀ ਕਰੇਗੀ, ਜਦੋਂ ਪੀ ਪੁਆਇੰਟ ਦੇ ਉੱਪਰ, ਮਿਰਰ ਦੇ ਉੱਪਰ ਜਦੋਂ ਇੰਸੀਡੈਂਟ ਕਰੇਗੀ ਤਾਂ ਉੱਥੋਂ ਕੀ ਹੈ, ਵਾਪਸ ਨੂੰ ਰਿਫਲੈਕਟ ਹੋ ਜਾਏਗੀ, ਠੀਕ ਹੈ। ਗ੍ਰੀਨ ਲਾਈਟ ਜੋ ਹੈ ਆਪਣੇ ਕੋਲੇ ਰਿਫਲੈਕਟਡ ਰੇ ਹੈ, ਪੀ ਪੁਆਇੰਟ ਤੋਂ ਰਿਫਲੈਕਟ ਹੋ ਰਹੀ ਹੈ। ਪੀ ਪੁਆਇੰਟ ਕਿੱਥੇ ਹੈ? ਮਿਰਰ ਦੇ ਉੱਪਰ। ਮਿਰਰ ਆਪਣਾ ਕੀ ਹੈ? ਰਿਫਲੈਕਟਿੰਗ ਸਰਫੇਸ। ਹੁਣ ਪੀ ਪੁਆਇੰਟ ਤੋਂ ਆਪਾਂ ਕੀ ਕਰਾਂਗੇ, ਇੱਕ ਨੋਰਮਲ ਡਰੋ ਕਰ ਦਾਂਗੇ, ਠੀਕ ਹੈ। ਉਹ ਨੋਰਮਲ ਜਿਹੜਾ ਹੈ ਉਹ ਕੀ ਹੈ, ਪਰਪੈਂਡੀਕੂਲਰ ਹੁੰਦਾ ਹੈ, ਠੀਕ ਹੈ। ਜਿਹੜਾ ਆਪਣੇ ਕੋਲ ਇਹ ਆਈ ਦਿਖ ਰਿਹਾ ਹੈ, ਇਹ ਕੀ ਸ਼ੋ ਕਰਦਾ ਹੈ? ਐਂਗਲ ਆਫ ਇੰਸੀਡੈਂਸ। ਇਹ ਐਂਗਲ ਜਿਹੜਾ ਹੈ ਇੰਸੀਡੈਂਟ ਰੇ ਤੇ ਨੋਰਮਲ ਦੁਆਰਾ ਬਣਾਇਆ ਜਾਂਦਾ ਹੈ। ਦੂਸਰੀ ਸਾਈਡ 'ਤੇ ਆਪਾਂ ਨੂੰ ਆਰ ਦਿਖ ਰਿਹਾ ਹੈ, ਉਹ ਕੀ ਹੈ? ਐਂਗਲ ਆਫ ਰਿਫਲੈਕਸ਼ਨ, ਜੋ ਨੋਰਮਲ ਤੇ ਰਿਫਲੈਕਟਡ ਰੇ ਦੁਆਰਾ ਬਣਾਇਆ ਜਾਂਦਾ ਹੈ। ਨੈਕਸਟ ਹੈ ਜੀ ਐਗਜ਼ਾਮਪਲ। ਐਗਜ਼ਾਮਪਲ ਆਪਣੇ ਕੋਲੇ ਦੇਖੋ, ਰਿਫਲੈਕਸ਼ਨ ਨਾਲ ਆਪਾਂ ਨੂੰ ਪਹਾੜ, ਜੋ ਬਾਕੀ ਪਲਾਂਟਸ ਨੇ, ਟਰੀਜ਼ ਹੈ, ਸਭ ਆਪਾਂ ਨੂੰ ਪਾਣੀ ਦੇ ਵਿੱਚੋਂ ਦੀ ਦਿਖ ਰਹੇ ਨੇ। ਇਹ ਆਪਣੀ ਐਗਜ਼ਾਮਪਲ ਹੈ ਰਿਫਲੈਕਸ਼ਨ ਆਫ ਲਾਈਟ ਦੀ। ਨੈਕਸਟ ਹੈ ਜੀ ਰੀਫਰੈਕਸ਼ਨ ਆਫ ਲਾਈਟ। ਤਾਂ ਡੈਫੀਨੇਸ਼ਨ ਹੈ, ਇਟ ਇਜ਼ ਦੀ ਫਿਨੋਮੀਨਾ ਆਫ ਚੇਂਜ ਇਨ ਦੀ ਪਾਥ ਆਫ ਲਾਈਟ ਐਜ਼ ਇਟ ਗੋਜ਼ ਫਰੋਮ ਵਨ ਮੀਡੀਅਮ ਟੂ ਅਨਦਰ। ਇੱਕ ਮੀਡੀਅਮ ਤੋਂ ਦੂਜੇ ਮੀਡੀਅਮ ਵਿੱਚ ਜਦੋਂ ਲਾਈਟ ਜਾਂਦੀ ਹੈ, ਇੰਸੀਡੈਂਟ ਕਰਦੀ ਹੈ, ਤਾਂ ਉਹਦਾ ਕੀ ਹੈ, ਪਾਥ ਤਾਂ ਚੇਂਜ ਹੁੰਦਾ ਹੀ ਹੁੰਦਾ ਹੈ ਨਾ। ਤਾਂ ਇਸ ਜੋ ਆਪਣੇ ਕੋਲੇ ਮੀਡੀਅਮ ਹੈ ਉਹ ਵੀ ਬਦਲ ਜਾਂਦਾ ਹੈ, ਪਾਥ ਵੀ ਬਦਲ ਜਾਂਦਾ ਹੈ, ਠੀਕ ਹੈ। ਇਸ ਪ੍ਰੋਸੈਸ ਨੂੰ ਕੀ ਬੋਲਦੇ ਆ, ਫਿਨੋਮੀਨਾ ਨੂੰ ਕੀ ਬੋਲਦੇ ਆ? ਰਿਫਰੈਕਸ਼ਨ ਆਫ ਲਾਈਟ। ਤਾਂ ਦੇਖੋ, ਇੱਕ ਆਪਾਂ ਨੇ ਮੀਡੀਅਮ ਲਿਆ, ਸਬਸਟੈਂਸ 1 ਹੈ, ਸਬਸਟੈਂਸ 2 ਹੈ, ਦੈਟ ਮੀਨਸ ਮੀਡੀਅਮ 1 ਹੈ ਅਤੇ ਮੀਡੀਅਮ 2 ਹੈ, ਠੀਕ ਹੈ। ਇਹ ਜੋ ਆਪਣੇ ਕੋਲੇ ਗ੍ਰੀਨ ਕਲਰ ਦੀ ਲਾਈਟ ਹੈ, ਇਹ ਆਪਾਂ ਨੂੰ ਬਾਉਂਡਰੀ ਦੱਸ ਰਹੀ ਹੈ, ਜੋ ਰਿਫਰੈਕਟਿੰਗ ਸਰਫੇਸ ਹੈ। ਇੱਕ ਲਾਈਟ ਇੰਸੀਡੈਂਟ ਕਰੇਗੀ, ਠੀਕ ਹੈ। ਉਸ ਤੋਂ ਬਾਅਦ ਉਹ ਕੀ ਹੈ, ਰਿਫਰੈਕਟ ਹੋ ਜਾਏਗੀ। ਨੋਰਮਲ ਡਰੋ ਕਰਾਂਗੇ, ਨੋਰਮਲ ਦੇ ਨਾਲ ਇੰਸੀਡੈਂਟ ਰੇ ਐਂਗਲ ਆਫ ਇੰਸੀਡੈਂਸ ਬਣਾਏਗੀ ਆਈ, ਔਰ ਜੋ ਆਪਣੇ ਕੋਲੇ ਰਿਫਰੈਕਟਡ ਰੇ ਹੈ ਉਹ ਨੋਰਮਲ ਦੇ ਨਾਲ ਐਂਗਲ ਆਫ ਰਿਫਰੈਕਸ਼ਨ ਬਣਾਏਗੀ। ਐਗਜ਼ਾਮਪਲ ਹੈ ਆਪਣੇ ਕੋਲੇ ਗਲਾਸ ਸਲੈਬ ਹੈ, ਠੀਕ ਹੈ। ਲਾਈਟ ਇਹਦੇ 'ਚ ਆਈ ਹੈ ਆਪਣੇ ਕੋਲ, ਇਹ ਵਾਲੀ, ਇਹ ਇੰਸੀਡੈਂਟ ਲਾਈਟ ਹੈ। ਇੱਥੋਂ ਕੀ ਹੈ, ਇਹ ਰਿਫਲੈਕਟ ਹੋ ਗਈ ਹੈ, ਰੀਫਰੈਕਟ ਹੋ ਗਈ ਹੈ, ਤਾਂ ਰੀਫਰੈਕਸ਼ਨ ਹੋ ਗਈ। ਇਹਦਾ ਪਾਥ ਆਪਣੇ ਕੋਲ ਪਹਿਲੇ ਸੀ ਇੱਧਰ ਜਾ ਰਹੀ ਸੀ, ਹੁਣ ਇੱਥੋਂ ਕੀ ਹੈ, ਪਾਥ ਚੇਂਜ ਹੋ ਗਿਆ। ਉਸ ਤੋਂ ਬਾਅਦ ਦੇਖੋ, ਇਹ ਆਪਣੇ ਕੋਲੇ ਮੀਡੀਅਮ ਏ ਹੈ, ਇਹਦੇ 'ਚ ਮੀਡੀਅਮ ਬੀ ਹੈ। ਏ ਮੰਨ ਲਓ ਏਅਰ ਹੈ, ਬੀ ਆਪਣੇ ਕੋਲੇ ਗਲਾਸ ਹੈ। ਏਅਰ ਤੋਂ ਗਲਾਸ ਵੱਲ ਗਈ ਤਾਂ ਰਿਫਰੈਕਸ਼ਨ ਹੋ ਗਈ, ਪਾਥ ਚੇਂਜ ਹੋ ਗਿਆ। ਫਿਰ ਕੀ ਆਪਣੇ ਕੋਲੇ ਹੈ ਕਿ ਗਲਾਸ ਤੋਂ ਫਿਰ ਆਪਣੇ ਕੋਲੇ ਏਅਰ ਵਿੱਚ ਜਾਏਗੀ, ਤਾਂ ਉਦੋਂ ਵੀ ਪਾਥ ਕੀ ਹੈ, ਚੇਂਜ ਹੋ ਗਿਆ।
ਨੈਕਸਟ ਹੈ ਡੇਲੀ ਲਾਈਫ ਦੇ ਵਿੱਚ ਆਪਾਂ ਦੇਖਦੇ ਹਾਂ ਆਪਣੀ ਐਗਜ਼ਾਮਪਲ, ਜਿਵੇਂ ਗਲਾਸ ਦੇ ਵਿੱਚ ਆਪਾਂ ਸਪੂਨ ਪਾਵਾਂਗੇ ਤਾਂ ਜੋ ਆਪਣੇ ਕੋਲੇ ਇਹ ਵਾਲਾ ਸਪੂਨ ਦਾ ਹਿੱਸਾ ਹੈ ਇਹ ਆਪਾਂ ਨੂੰ ਅਲੱਗ ਦਿਖ ਰਿਹਾ ਹੈ। ਜੋ ਵਾਟਰ ਦੇ ਵਿੱਚ ਆਪਣੇ ਕੋਲੇ ਆ ਗਿਆ ਹੈ ਸਪੂਨ ਦਾ ਹਿੱਸਾ, ਉਹ ਕੀ ਹੈ, ਉਹ ਥੋੜ੍ਹਾ ਜਿਹਾ ਅਲੱਗ ਦਿਖ ਰਿਹਾ। ਦੋਵਾਂ ਦੇ ਵਿੱਚ ਕੀ ਆਪਾਂ ਨੂੰ ਗੈਪ ਦਿਖ ਰਿਹਾ, ਆਪ ਦੇਖੋ ਆ ਗੈਪ ਹੈ, ਠੀਕ ਹੈ। ਹਾਂਜੀ, ਤਾਂ ਇਹ ਆਪਣੀ ਐਗਜ਼ਾਮਪਲ ਹੈ। ਉਸ ਤੋਂ ਬਾਅਦ ਆਪਾਂ ਕਰਾਂਗੇ ਜੀ ਲਾਜ਼ ਆਫ ਰਿਫਲੈਕਸ਼ਨ। ਤਾਂ ਸਭ ਤੋਂ ਪਹਿਲਾ ਲਾਅ ਹੈਗਾ ਹੈ ਕਿ ਐਂਗਲ ਆਫ ਇੰਸੀਡੈਂਸ ਇਜ਼ ਇਕੁਅਲ ਟੂ ਐਂਗਲ ਆਫ ਰਿਫਲੈਕਸ਼ਨ। ਅਤੇ ਜਿੰਨਾ ਨਾਰਮਲ ਦੇ ਨਾਲ ਇੰਸੀਡੈਂਟ ਰੇ ਐਂਗਲ ਬਣਾਏਗੀ ਓਨੀ ਹੀ ਰਿਫਲੈਕਟਡ ਰੇ ਨਾਰਮਲ ਦੇ ਨਾਲ ਐਂਗਲ ਬਣਾਏਗੀ, ਦੈਟ ਇਜ਼ ਐਂਗਲ ਆਈ ਇਜ਼ ਇਕੁਅਲ ਟੂ ਐਂਗਲ ਆਰ। ਇਹ ਆਪਣਾ ਫਸਟ ਲਾਅ ਹੈ। ਸੈਕਿੰਡ ਲਾਅ ਇਹ ਹੈਗਾ ਹੈ ਕਿ ਇੰਸੀਡੈਂਟ ਰੇ ਏ ਓ, ਰਿਫਲੈਕਟਡ ਰੇ ਓ ਬੀ ਐਂਡ ਨਾਰਮਲ ਓ ਐਨ ਟੂ ਦੀ ਮਿਰਰ। ਜੋ ਆਪਣਾ ਰਿਫਲੈਕਟਿੰਗ ਸਰਫੇਸ ਹੈ ਉਹ ਆਪਣਾ ਮਿਰਰ ਹੈ, ਉਹਦੇ ਨਾਲ ਕੀ ਹੈ ਏ ਓ, ਓ ਬੀ ਅਤੇ ਓ ਐਨ ਸਾਰੀਆਂ ਦੀਆਂ ਸਾਰੀਆਂ ਸੇਮ ਪਲੇਨ ਦੇ ਵਿੱਚ ਲਾਈ ਕਰਨਗੀਆਂ, ਠੀਕ ਹੈ। ਹੁਣ ਦੇਖੋ ਜੀ इंसीडेंट रे जो है अपने कोले इत्थे मान लो अपने कोल पॉइंट ए है, ठीक है, ए पॉइंट है, ए मान लो ओ पॉइंट है। जो रिफ्लैक्शन होगी ए पॉइंट केड़ा है बी, नॉर्मल नू मान लिया आपां ने एन। तो ए ओ बी एंड ओ एन नॉर्मल सारे सेम प्लेन वाल लाई कर रहे हैं, मतलब प्लेन तो की ने सारे उपर है, इस वाली साइड ते उपर वाली साइड ते है, मतलब सेम प्लेन दे विच ने, ठीक है। मिरर तो सारे सेम साइड ते है, मतलब ऑल लाइज इन द सेम प्लेन। तो ये अपने दो लॉज सीगे। फस्ट सीगा एंगल ऑफ रिफ्लैक्शन इज इक्वल टू एंगल ऑफ इंसीडेंस, सैकेंड ये हैगा ऑल लाइज इन द सेम प्लेन। नैक्सट है जी लॉज ऑफ रिफ्रैक्शन। तो फस्ट लॉ हैगा इंसीडेंट रे ए ओ, रिफ्रैक्टेड रे ओ बी एंड नॉर्मल ओ एन। देखो अपने कोले की है ए जो है ए नू लवांगे आपां ए, ठीक है, ए है, ए जो पॉइंट है ओ है, ए वाला पॉइंट अपने को बी है, ए नॉर्मल एन है और इस नॉर्मल नू आपां कवांगे एन डैश। अच्छा, जो इहदे विच ए ओ है वो अपने कोल इंसीडेंट रे है, ओ बी अपने कोले रिफ्रैक्टेड रे है, ओ एन अपने कोले नॉर्मल है। तो सारे दे सारे की है अपने अपनी वाली साइड ते ने, ठीक है। तो ये की होणगे सारे दे सारे सेम प्लेन दे उपर लाई करनगे। सैकेंड लॉ हैगा जी रेशो ऑफ साइन एंगल ऑफ इंसीडेंस टू द साइन एंगल ऑफ रिफ्रैक्शन इज कॉन्स्टेंट फॉर द गिवन टू मीडिया। जो अपने मीडियम लए ने, ठीक है, एक मीडियम 1 ले लिया, एक मीडियम 2 ले लिया, ताकि है साइन एंगल इंसीडेंस जो है साइन आई और साइन एंगल अपने को रिफ्रैक्शन जो है आर वो किहदे इक्वल आएगा कॉन्स्टेंट दे। और जो कॉन्स्टेंट है उन्होंने आप म्यू दे नाल डिनोट करांगे, क्यों, क्योंकि वो अपने को की है मीडिया, दोनों मीडियम लए ने तो दोनों मीडियम का कॉन्स्टेंट लवांगे दैट इज़ म्यू। तो म्यू नू आपां इस तरह डिनोट करते हैं, दैट इज़ दिस इज़ म्यू। The mu is known as refractive index. This law is known as Snell's law. Sin I by sin R is equal to mu, इनू की बोलते हैं Snell's law बोलते हैं।
हाँ जी, उस तो बाद है जी अपना हाइगन्स प्रिंसीपल। हाइगन्स प्रिंसीपल मेन टॉपिक है, ठीक है। ये टॉपिक पढ़न तो पहले ਆਪਾਂ ਵੇਵ ਫਰੰਟ ਬਾਰੇ ਜਾਣਾਂਗੇ, ਠੀਕ ਹੈ। ਵੇਵ ਫਰੰਟ ਕੀ ਹੁੰਦੇ ਹੈ ਤਾਂ ਉਹ ਆਪਾਂ ਉਹਨਾਂ ਬਾਰੇ ਜਾਣਦੇ ਹਾਂ। ਹਾਂਜੀ, ਨੈਕਸਟ ਹੈ ਜੀ ਆਪਣਾ ਹਾਈਗਨਸ ਪ੍ਰਿੰਸੀਪਲ। ਹਾਈਗਨਸ ਪ੍ਰਿੰਸੀਪਲ ਨੂੰ ਸ਼ੁਰੂ ਕਰਨ ਤੋਂ ਪਹਿਲੇ ਆਪਾਂ ਇੱਕ ਛੋਟੇ ਜਿਹੇ ਟੌਪਿਕ ਬਾਰੇ ਸਟੱਡੀ ਕਰਾਂਗੇ, ਦੈਟ ਇਜ਼ ਵੇਵ ਫਰੰਟ। ਤਾਂ ਵੇਵ ਫਰੰਟ ਕੀ ਹੁੰਦਾ ਹੈ, ਡੈਫੀਨੇਸ਼ਨ ਹੈ ਆ ਸਰਫੇਸ ਔਨ ਵਿਚ, ਉਹ ਵਾਲਾ ਸਰਫੇਸ ਜਿਸ ਦੇ ਉੱਪਰ ਕੀ ਹੈ, ਦੀ ਵੇਵ ਡਿਸਟਰਬੈਂਸ ਇਜ਼ ਇਨ ਸੇਮ ਫੇਸ ਐਟ ਆਲ ਪੁਆਇੰਟਸ ਇਜ਼ ਕਾਲਡ ਵੇਵ ਫਰੰਟ। ਕਿ ਵੇਵ ਡਿਸਟਰਬੈਂਸ ਸੇਮ ਫੇਸ ਦੇ ਵਿੱਚ ਹੋਏ ਸਾਰੇ ਹੀ ਪੁਆਇੰਟਸ ਤੋਂ ਉਹਨੂੰ ਕੀ ਬੋਲਦੇ ਆ, ਵੇਵ ਫਰੰਟ। ਤਾਂ ਆਪਣੇ ਕੋਲੇ ਵੇਵ ਫਰੰਟ ਦੀ ਡਾਇਗਰਾਮ ਹੈ, ਸਕਰੀਨ ਦੇ ਉੱਪਰ ਸ਼ੋ ਹੋ ਰਹੀ ਹੈ। ਨੈਕਸਟ ਹੈ ਜੀ example of wavefront, the shape of the ripples of water when a stone is thrown in the pond। ਜਦੋਂ ਆਪਣੇ ਕੋਲੇ ਪੌਂਡ ਹੈ, ਉਹਦੇ ਵਿੱਚ ਪਾਣੀ ਦੀ ਕੋਈ ਮੂਵਮੈਂਟ ਨਹੀਂ ਹੋ ਰਹੀ, ਪਾਣੀ ਰੁਕਿਆ ਹੋਇਆ ਹੈ, ਰੁਕੀ ਹੋਈ ਪੋਜੀਸ਼ਨ 'ਚ ਹੈ। ਤਾਂ ਆਪਾਂ ਕੀ ਕਰਾਂਗੇ, ਇੱਕ ਸਟੋਨ ਨੂੰ ਸੁੱਟਾਂਗੇ ਤਾਂ ਉਹਦੇ ਨਾਲ ਕੀ ਹੈ, ਡਿਸਟਰਬੈਂਸ ਪੈਦਾ ਹੋਏਗੀ, ਜਿਹਨੂੰ ਆਪਾਂ ਕੀ ਬੋਲਦੇ ਹਾਂ, ਰਿਪਲਸ ਆਫ ਵਾਟਰ। ਤਾਂ ਉਹਨੂੰ ਕੀ ਹੈ, ਵੇਵ ਫਰੰਟ ਕਹਿੰਦੇ ਹੈ। ਤਾਂ ਸਕਰੀਨ ਦੇ ਉੱਪਰ ਉਹਦੀ ਐਗਜ਼ਾਮਪਲ ਸ਼ੋ ਹੋ ਰਹੀ ਹੈ। ਨੈਕਸਟ ਹੈ ਜੀ ਆਪਣੇ ਕੋਲੇ ਦੋ ਪੁਆਇੰਟਸ ਨੇ। ਪਹਿਲਾ ਹੈਗਾ ਦੀ ਵੇਵ ਫਰੰਟ ਆਫ ਆ ਵੇਵ ਓਰੀਜੀਨੇਟਿੰਗ ਫਰੋਮ ਆ ਪੁਆਇੰਟ ਸੋਰਸ ਇਜ਼ ਕਾਲਡ ਸਫੈਰੀਕਲ। ਦੇਖੋ ਇਹ ਆਪਣੇ ਕੋਲੇ ਕੀ ਹੈ, ਇੱਕ ਡਾਟ ਜੋ ਬਣਿਆ ਹੋਇਆ ਉਹ ਪੁਆਇੰਟ ਸੋਰਸ ਹੈ, ਉਹਦੇ ਤੋਂ ਕੀ ਹੈ, ਸਾਰੀਆਂ ਵੇਵਸ ਦੀਆਂ ਡਿਸਟਰਬੈਂਸ ਪੈਦਾ ਹੋ ਰਹੀਆਂ ਨੇ, ਠੀਕ ਹੈ। ਤਾਂ ਇਹਨੂੰ ਆਪਾਂ ਕੀ ਕਵਾਂਗੇ, ਸਫੈਰੀਕਲ ਸ਼ੇਪ ਦਾ ਹੈਗਾ ਆਪਣੇ ਕੋਲੇ ਵੇਵ ਫਰੰਟ। ਉਹ ਵਾਲਾ ਵੇਵ ਫਰੰਟ ਜੋ ਪੁਆਇੰਟ ਸੋਰਸ ਤੋਂ ਓਰੀਜੀਨੇਟ ਹੁੰਦਾ ਹੈ ਉਹਨੂੰ ਬੋਲਦੇ ਆ ਸਫੈਰੀਕਲ। ਸੈਕਿੰਡ ਹੈ ਦੀ ਵੇਵ ਫਰੰਟਸ of a wave going along a fixed direction are plane perpendicular to the direction। ਉਹ ਵਾਲੇ ਵੇਵ ਫਰੰਟ ਜੋ ਇੱਕ ਫਿਕਸ ਡਾਇਰੈਕਸ਼ਨ ਵੱਲ ਜਾ ਰਹੇ ਨੇ, ਠੀਕ ਹੈ, ਉਹ ਕੀ ਹੋਣਗੇ, ਉਹ ਵਾਲੇ ਪਲੇਨ ਦੇ ਪਰਪੈਂਡੀਕੂਲਰ ਹੋਣਗੇ ਡਾਇਰੈਕਸ਼ਨ ਦੇ, ਉਹ ਪਲੇਨ ਪਰਪੈਂਡੀਕੂਲਰ ਹੋਊਗਾ ਡਾਇਰੈਕਸ਼ਨ ਦੇ। ਤਾਂ ਨੈਕਸਟ ਹੈ ਆਪਣੇ ਕੋਲੇ ਟਾਈਪਸ ਆਫ ਵੇਵ ਫਰੰਟ। ਪਹਿਲੀ ਟਾਈਪ ਹੈਗੀ ਹੈ ਸਫੈਰੀਕਲ ਵੇਵ ਫਰੰਟ ਪ੍ਰੋਡਿਊਸਡ ਬਾਈ ਆ ਪੁਆਇੰਟ ਸੋਰਸ ਆਫ ਲਾਈਟ। ਤਾਂ ਉਹਨੂੰ ਕੀ ਬੋਲਦੇ ਆ, ਸਫੈਰੀਕਲ ਵੇਵ ਫਰੰਟ। ਉਹ ਵਾਲਾ ਵੇਵ ਫਰੰਟ ਜੋ ਇੱਕ ਪੁਆਇੰਟ ਸੋਰਸ ਤੋਂ ਪ੍ਰੋਡਿਊਸ ਹੁੰਦਾ ਹੈ, ਦੈਟ ਇਜ਼ ਉਹ ਪੁਆਇੰਟ ਜੋ ਸੈਂਟਰ 'ਚ ਦਿਖ ਰਿਹਾ ਆਪਾਂ ਨੂੰ, ਉਹ ਕੀ ਹੈਗਾ ਐਸ, ਉਹਦੇ ਤੋਂ ਬਾਕੀ ਸਾਰੀਆਂ ਸਾਈਡਸ 'ਤੇ ਆਪਾਂ ਨੂੰ ਕੀ ਹੈ, ਵੇਵ ਫਰੰਟ ਮਿਲਣਗੇ, ਉਹਨਾਂ ਨੂੰ ਬੋਲਦੇ ਆ ਸਫੈਰੀਕਲ ਵੇਵ ਫਰੰਟ। ਸੈਕਿੰਡ ਟਾਈਪ ਆਪਣੇ ਕੋਲੇ ਸਿਲੰਡਰੀਕਲ ਵੇਵ ਫਰੰਟ। ਵੈਨ ਅ ਸੋਰਸ ਆਫ ਲਾਈਟ ਇਜ਼ ਲੀਨੀਅਰ ਇਨ ਸ਼ੇਪ, ਜਦੋਂ ਆਪਣੇ ਕੋਲੇ ਲੀਨੀਅਰ ਸ਼ੇਪ ਦਾ ਹੋਏ ਜਾਂ ਸਿਲੰਡਰੀਕਲ ਸ਼ੇਪ ਦਾ ਬਣ ਰਿਹਾ ਹੋਏ, ਠੀਕ ਹੈ, ਵੇਵ ਫਰੰਟ, ਤਾਂ ਉਹਨੂੰ ਕੀ ਬੋਲਾਂਗੇ, ਸਿਲੰਡਰੀਕਲ ਵੇਵ ਫਰੰਟ। ਥਰਡ ਹੈ ਐਂਡ ਲਾਸਟ ਹੈ ਪਲੇਨ ਵੇਵ ਫਰੰਟ। A small part of spherical or cylindrical wavefront originating from a distant source will appear plane। ਤਾਂ ਕੁਝ ਪਾਰਟ ਆਪਣੇ ਕੋਲੇ ਸਫੈਰੀਕਲ ਹੋ ਸਕਦਾ ਹੈ ਜਾਂ ਸਿਲੰਡਰੀਕਲ ਹੋ ਸਕਦਾ ਹੈ, ਜਿਹਦੇ ਵਿੱਚ ਕਿ ਆਪਾਂ ਨੂੰ ਉਹ ਵਾਲਾ ਪਲੇਨ ਦੀ ਤਰ੍ਹਾਂ ਸ਼ੋ ਹੋਏ, ਉਹਨੂੰ ਬੋਲਦੇ ਆ ਪਲੇਨ ਵੇਵ ਫਰੰਟ। ਇਹ ਉਹਦੀ ਡਾਇਗਰਾਮ ਹੈ, ਆਪਾਂ ਨੂੰ ਪਲੇਨ ਸ਼ੋ ਹੋ ਰਿਹਾ। ਹਾਂਜੀ, ਨੈਕਸਟ ਹੈ ਜੀ ਆਪਣਾ ਰੇ ਆਫ ਲਾਈਟ। ਤਾਂ ਰੇ ਕੀ ਹੁੰਦੀ ਹੈ, ਐਨ ਐਰੋ drawn normal to the wavefront and pointing in the direction of propagation of disturbance represents a ray of light। ਤਾਂ ਐਨ ਐਰੋ, ਕੋਈ ਵੀ ਆਪਣੇ ਕੋਲੇ ਐਰੋ ਕਿਸੇ ਵੀ ਲਾਈਨ ਦੇ ਉੱਪਰ, ਉਹ ਆਪਾਂ ਨੂੰ ਕੀ ਦੱਸਦਾ ਹੈ ਕਿ ਉਹ ਲਾਈਨ ਕਿਹੜੀ ਸਾਈਡ ਵੱਲ ਜਾ ਰਹੀ ਹੈ, ਉਹਦੀ ਡਾਇਰੈਕਸ਼ਨ ਦੱਸਦਾ ਹੈ, ਠੀਕ ਹੈ। ਐਨ ਐਰੋ ਡਰੋਨ ਨੋਰਮਲ ਟੂ ਦੀ ਵੇਵ ਫਰੰਟ, ਇੱਕ ਆਪਣੇ ਕੋਲੇ ਵੇਵ ਫਰੰਟ ਹੈ, ਠੀਕ ਹੈ, ਉਹਦੇ ਪਰਪੈਂਡੀਕੂਲਰ ਆਪਾਂ ਨੇ ਇੱਕ ਐਰੋ ਡਰੋ ਕਰਤੀ, ਉਹਨੂੰ ਆਪਾਂ ਕੀ ਬੋਲਾਂਗੇ, ਰੇ।
ठीक है। तो वो जी रे होएगी वो किहड़ी साइड ते होएगी, किधर उसकी डायरैक्शन होएगी, जिधर अपने कोले डिस्टरबेंस की प्रोपेगेशन है, जिधर डिस्टरबेंस मूव कर रही है। ठीक है, तो अपने कोल 3 तरह दियाँ फिगर्स ने। फिगर ए आपां नूं की रिप्रजेंट करती है कि वेव ऑफ पैरलल बीम, ठीक है, वेव फ्रंट ऑफ पैरलल बीम, कि अपने कोले ए वाली जो पहली फिगर है आपां नूं रिप्रजेंट करती है वेव फ्रंट ऑफ पैरलल बीम। और जो सैकेंड है ये अपने कोले बी फिगर, ये आपां नूं की रिप्रजेंट करती है कि कन्वर्जिंग बीम है। ये अपने कोले कन्वर्जिंग बीम है। अच्छा, कन्वर्ज का मतलब की हुंदा है कि बहुत सारिया रेज़ ने, बहुत सारिया रेज़ अपने कोल इकट्ठियां हो जान किसी एक पॉइंट के उपर, तो यदा मतलब की है वो अपने कोल की है कन्वर्ज हो रही ने। बहुत सारिया डायरैक्शन तो एक पॉइंट पर आके रेज़ मिलन उन्होंने आपां कन्वर्जेंस बोलते हैं। ठीक है, और जी बी फिगर है ये आपां कन्वर्जिंग बीम दस रही है, शो कर रही है। और थर्ड है अपने कोले सी, इन बोलते हैं डाइवर्जिंग बीम। ठीक है, ये डाइवर्जिंग बीम का वेव फ्रंट है। तो ये की हुंदा है कि एक पॉइंट हुंदा अपने कोले, उहदे तो बहुत सारिया डायरैक्शन वाल रेज़ जांदियां। ठीक है, ਜਿਹੜੀਆਂ की है जिन्हों बोलते हैं डाइवर्जेंस हो गई है। तो ये फिगर अपने कोले शो करती है वेव फ्रंट ऑफ पैरलल बीम, बी फिगर शो करती है वेव फ्रंट ऑफ कन्वर्जिंग बीम, और सी फिगर शो करती है वेव फ्रंट ऑफ डाइवर्जिंग बीम। नैक्सट है जी अपने कोले सिंस द रे ऑफ लाइट इज़ नॉर्मल टू द वेव फ्रंट। अच्छा, नॉर्मल का मतलब हुंदा है परपेंडिकुलर। ठीक है, जेकर रे ऑफ लाइट जिहड़ी है वेव फ्रंट दे परपेंडिकुलर होगी, इस तरह होगी है, तो उन्होंने आपां की बोलांगे वेव नॉर्मल। ठीक है, नैक्सट है जी डिफरेंस बिटवीन वेव फ्रंट एंड रे ऑफ लाइट। तो वेव फ्रंट की हुंदा है, अ वेव फ्रंट इज़ अ सरफेस ऑफ कॉन्सटेंट फेस। तो एक कॉन्सटेंट फेस हुंदा अपने कोले सरफेस के उपर। ठीक है, मतलब कि एक वेव फ्रंट इज़ अ सरफेस ऑफ कॉन्सटेंट फेस। तो सरफेस हुंदा है जिहदे विच फेस कॉन्सटेंट हुंदे ने, उन्होंने बोलते आपां वेव फ्रंट। रे ऑफ लाइट या रे की हुंदी है एक परपेंडिकुलर लाइन ड्रॉन की जाती है वेव फ्रंट दे परपेंडिकुलरली एक लाइन ड्रॉ की जाती है। ठीक है, जी आपां नूं की दसदी है, रिप्रजेंट करती है कि वेव की प्रोपेगेशन किहड़ी डायरैक्शन वाल है, रिप्रजेंट द डायरैक्शन ऑफ प्रोपेगेशन ऑफ द वेव। हाँ जी, तो ये अपने को एक डायग्राम है वेव फ्रंट दी। ठीक है, जिहदे विच की है कि वेव्स जो है मूव कर रही ने। ठीक है, वेव प्रोपेगेट कर रही ने, तो वेव फ्रंट बना रही हैं अपने कोले। ठीक है, पहला अपने कोल की सीगा ये स्फैरिकल शेप च सीगी। जदों स्फैरिकल शेप नूं स्टडी करना हुंदा है, इनू आपां की है लीनियर शेप च लै लैंदे हैं। तो आपां हुण अपना टॉपिक अगे करते हैं हाइगन्स प्रिंसीपल। हाँ जी, नैक्सट अपना मेन टॉपिक शुरू होंदा है, दैट इज़ हाइगन्स प्रिंसीपल। हाइगन्स प्रिंसीपल अपने कोल की है, ये एक तरह की ज्योमैट्रिकल कंस्ट्रक्शन है। ठीक है, जिहदे विच आपां की करते हैं, डिटरमिन करते हैं न्यू पोजीशन ऑफ वेव फ्रंट एट अ लेटर फ्रॉम इट्स गिवन पोजीशन एट एनी टाइम इंस्टेंट। किसी भी टाइम ते, ठीक है, आपां की है कि जो अपने कोल पोजीशन दिती हुई है ना वेव फ्रंट की, ਉਹਦੇ तो ਆਪਾਂ नवीं पोजीशन बनावांगे। ठीक है, तो उन्होंने आपां की है डिटरमिन करांगे। तो अपना जिहड़ा हाइगन प्रिंसीपल है ਉਹਦਾ की काम है कि जो आपां नूं वेव फ्रंट दिता होया है ਉਹਨੂੰ स्टडी करन दे लई जो न्यू पोजीशन बनाई है ਉਹਨੂੰ डिटरमिन करना। ठीक है,
ਤਾਂ ਹੁਣੇ ਆਪਾਂ ਨੇ ਕੀਤਾ ਹੀ ਹੈ, ਹੁਣੇ ਹੀ ਫਿਗਰ ਦੇਖੀ ਸੀਗੀ। ਹਾਂਜੀ, ਇਹ ਫਿਗਰ ਦੇਖੀ ਹੈ ਕਿ ਇਹ ਆਪਾਂ ਨੂੰ ਜੋ ਹੈ ਵੇਵ ਫਰੰਟ ਗਿਵਨ ਹੈ, ਠੀਕ ਹੈ। ਇਹ ਆਪਣੇ ਕੋਲੇ ਉਹਦੀ ਨਿਊ ਪੋਜੀਸ਼ਨ ਆਈ ਹੈ। ਤਾਂ ਨਿਊ ਪੋਜੀਸ਼ਨ ਜਿਹੜੀ ਹੈ ਕਿਵੇਂ ਡਿਟਰਮਿਨ ਕੀਤੀ ਜਾਂਦੀ ਹੈ? ਹਾਈਗਨਸ ਪ੍ਰਿੰਸੀਪਲ ਦੁਆਰਾ। ਤਾਂ ਦੂਜੇ ਸ਼ਬਦਾਂ ਦੇ ਵਿੱਚ ਆਪਾਂ ਕੀ ਕਹਿ ਸਕਦੇ ਹਾਂ? ਪ੍ਰਿੰਸੀਪਲ ਗਿਵਜ਼ ਅ ਮੈਥਡ ਟੂ ਨੋ ਹਾਊ ਲਾਈਟ ਸਪਰੈਡ ਆਊਟ ਇਨ ਦੀ ਮੀਡੀਅਮ, ਕਿ ਮੀਡੀਅਮ ਦੇ ਵਿੱਚ ਲਾਈਟ ਕਿਵੇਂ ਸਪਰੈਡ ਕੀਤੀ ਜਾਂਦੀ ਹੈ, ਠੀਕ ਹੈ। ਉਹ ਆਪਾਂ ਨੂੰ ਕਿੱਥੋਂ ਪਤਾ ਲੱਗਦਾ ਹੈ? ਇਸ ਪ੍ਰਿੰਸੀਪਲ ਤੋਂ, ਹਾਈਗਨਸ ਪ੍ਰਿੰਸੀਪਲ ਤੋਂ। ਤਾਂ ਇਹਦਾ ਮਤਲਬ ਕੀ ਹਾਈਗਨਸ ਪ੍ਰਿੰਸੀਪਲ ਕੀ ਕਹਿ ਸਕਦੇ ਹਾਂ? ਇੱਕ ਤਾਂ ਇਹ ਜਿਓਮੈਟਰੀਕਲ ਕੰਸਟਰਕਸ਼ਨ ਹੈ, ਠੀਕ ਹੈ, ਜਿਹਦੇ ਤੋਂ ਆਪਾਂ ਕੀ ਹੈ ਨਵੇਂ ਵੇਵ ਫਰੰਟ ਦੀ ਪੋਜੀਸ਼ਨ ਨੂੰ, ਮਤਲਬ ਵੇਵ ਫਰੰਟ ਦੀ ਨਵੀਂ ਪੋਜੀਸ਼ਨ ਨੂੰ ਡਿਟਰਮਿਨ ਕਰਦੇ ਹਾਂ, ਠੀਕ ਹੈ। ਕਿੱਥੋਂ? ਜਿੱਥੋਂ ਆਪਾਂ ਨੂੰ ਜੋ ਗਿਵਨ ਪੋਜੀਸ਼ਨ ਹੈ ਉੱਥੋਂ। ਸੈਕਿੰਡਲੀ ਆਪਾਂ ਕੀ ਕਹਿ ਸਕਦੇ ਹਾਂ ਕਿ ਦੂਸਰੇ ਸ਼ਬਦਾਂ ਵਿੱਚ ਪ੍ਰਿੰਸੀਪਲ ਆਪਾਂ ਨੂੰ ਇਹ ਦੱਸਦਾ ਹੈ ਕਿ ਲਾਈਟ ਸਾਰੇ ਮੀਡੀਅਮ ਦੇ ਵਿੱਚ ਕਿਵੇਂ ਸਪਰੈਡ ਕੀਤੀ ਜਾ ਸਕਦੀ ਹੈ। ਹਾਂਜੀ, ਨੈਕਸਟ ਹੈ ਜੀ ਆਪਣੇ ਕੋਲ ਹਾਈਗਨਸ ਪ੍ਰਿੰਸੀਪਲ ਇਜ਼ ਬੇਸਡ ਔਨ ਦੀ ਟੂ ਅਜ਼ੰਪਸ਼ਨਸ। ਫੋਲੋਇੰਗ ਅਜ਼ੰਪਸ਼ਨਸ ਨੇ, ਦੋ ਨੇ, ਇਹਦੇ ਉੱਪਰ ਕੀ ਹੈ ਹਾਈਗਨਸ ਪ੍ਰਿੰਸੀਪਲ ਬੇਸਡ ਕਰਦਾ ਹੈ। ਪਹਿਲੀ ਇਹ ਹੈਗੀ ਹੈ each point on given or primary wavefront acts as a source of secondary wavelets, sending out disturbances in all the directions in a similar manner as the original source of light does। ਤਾਂ ਜੋ ਆਪਾਂ ਨੂੰ ਪ੍ਰਾਇਮਰੀ ਵੇਵਫਰੰਟ ਜੋ ਦਿੱਤਾ ਹੋਇਆ ਵੇਵਫਰੰਟ ਹੈ ਉਹ ਕਿਸ ਤਰ੍ਹਾਂ ਐਕਟ ਕਰਦਾ ਹੈ ਕਿ ਉਹ ਸੈਕੰਡਰੀ ਵੇਵਲੈਟ ਦਾ ਸੋਰਸ ਹੈ, ਜਿਹਦੇ ਤੋਂ ਕੀ ਆਪਣੇ ਕੋਲੇ ਡਿਸਟਰਬੈਂਸ ਸੈਂਡ ਕੀਤੀ ਜਾ ਰਹੀ ਹੈ, ਠੀਕ ਹੈ। ਇਨ ਆਲ ਦੀ ਡਾਇਰੈਕਸ਼ਨਸ ਇਨ ਅ ਸਿਮਿਲਰ ਮੈਨਰ। ਦੇਖੋ ਸਾਰੀਆਂ ਡਾਇਰੈਕਸ਼ਨ ਦੇ ਵਿੱਚ ਡਿਸਟਰਬੈਂਸ ਜਿਹੜੀ ਹੈ ਸੈਂਡ ਕੀਤੀ ਜਾ ਰਹੀ ਹੈ ਜਿਵੇਂ ਕਿ ਆਪਣੇ ਕੋਲੇ ਸੋਰਸ ਆਫ ਲਾਈਟ ਕਰਦਾ ਹੈ, ਠੀਕ ਹੈ। ਤਾਂ ਆਪਾਂ ਇਸ ਪੁਆਇੰਟ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਹੁਣ ਦੇਖੋ ਇਹ ਆਪਣੇ ਕੋਲੇ ਕੀ ਕਿਹਾ ਗਿਆ ਹੈ ਕਿ ਇੱਕ ਪ੍ਰਾਇਮਰੀ ਸੋਰਸ ਹੈ, ਇਹ ਆਪਣੇ ਕੋਲੇ ਪ੍ਰਾਇਮਰੀ ਸੋਰਸ ਹੈ ਇਹ ਵਾਲਾ, ਠੀਕ ਹੈ। ਇਹ ਆਪਾਂ ਨੂੰ ਗਿਵਨ ਹੈ। ਇੱਥੋਂ ਕੀ ਹੈ ਡਿਸਟਰਬੈਂਸ ਪ੍ਰੋਡਿਊਸ ਹੋਣਗੀਆਂ, ਠੀਕ ਹੈ, ਪ੍ਰੋਡਿਊਸ ਹੋਣਗੀਆਂ। ਇਹ ਜੋ ਆਪਣੇ ਕੋਲੇ ਡਿਸਟਰਬੈਂਸ ਆਹ ਵਾਲੀ ਆਈ ਹੈ ਇਹਦੇ ਉੱਪਰ ਕੀ ਹੈ ਛੋਟੇ ਛੋਟੇ ਪੁਆਇੰਟਸ ਦਿੱਤੇ ਹੋਣਗੇ, ਠੀਕ ਹੈ। ਛੋਟੇ ਛੋਟੇ ਪੁਆਇੰਟਸ ਜੋ ਨੇ ਇਹ ਆਪਣੇ ਕੋਲੇ ਸੋਰਸ ਆਫ ਸੈਕੰਡਰੀ ਡਿਸਟਰਬੈਂਸ ਐਕਟ ਕਰਦਾ ਹੈ। ਇਹ ਪੁਆਇੰਟਸ ਆਪਾਂ ਨੂੰ ਕੀ ਰਿਪਰੈਜ਼ੈਂਟ ਕਰਦੇ ਹੈ ਕਿ ਇਹ ਵਾਲੇ ਪੁਆਇੰਟਸ ਜਿਹੜੇ ਨੇ ਇਹ ਸੈਕੰਡਰੀ ਡਿਸਟਰਬੈਂਸ ਦੇ ਸੋਰਸਿਸ ਨੇ, ਠੀਕ ਹੈ। ਉਸ ਤੋਂ ਬਾਅਦ ਕੀ ਹੈ ਜੇ ਆਪਣੇ ਕੋਲੇ ਪ੍ਰਾਇਮਰੀ ਸੋਰਸ ਤੋਂ ਡਿਸਟਰਬੈਂਸ ਬਣ ਰਹੀਆਂ ਨੇ ਇਸ ਤਰ੍ਹਾਂ, ਠੀਕ ਹੈ, ਤਾਂ ਫਿਰ ਕੀ ਹੋਏਗਾ ਆਪਣੇ ਕੋਲ ਜੋ ਇਹ ਸੈਕੰਡਰੀ ਸੋਰਸਿਸ ਦਿੱਤੇ ਨੇ, ਸੈਕੰਡਰੀ ਡਿਸਟਰਬੈਂਸ ਦੇ ਸੋਰਸ ਨੇ, ਇਹਨਾਂ ਤੋਂ ਕੀ ਹੈ ਇਹਨਾਂ ਤੋਂ ਵੀ ਆਪਾਂ ਨੂੰ ਡਿਸਟਰਬੈਂਸ ਮਿਲੇਗੀ। ਅਤੇ ਇਹ ਜੋ ਸਫੀਅਰ ਬਣੇ ਨੇ ਨਾ ਛੋਟੇ ਛੋਟੇ ਉਸ ਸੋਰਸਿਸ ਦੇ ਉੱਪਰ ਉਹਨਾਂ ਨੂੰ ਆਪਾਂ ਬੋਲਾਂਗੇ ਸੈਕੰਡਰੀ ਵੇਵਲੈਟਸ। ਅੱਛਾ, ਵੇਵਲੈਟ ਕੀ ਹੁੰਦਾ ਹੈ? ਹੁਣ ਦੇਖੋ ਐਗਜ਼ਾਮਪਲ ਦੇ ਤੌਰ 'ਤੇ ਆਪਾਂ ਸਮਝ ਲੈਂਦੇ ਹਾਂ ਕਿ ਕੋਈ ਪਿਗ ਹੈ ਉਹਦੇ ਬੇਬੀ ਨੂੰ ਆਪਾਂ ਕੀ ਕਹਿੰਦੇ ਹਾਂ? ਪਿਗਲੈਟ, ਠੀਕ ਹੈ, ਪਿਗਲੈਟ ਕਹਿੰਦੇ ਹਾਂ। ਸੇਮ ਹੀ ਹੈ, ਵੇਵ ਹੈ ਆਪਣੇ ਕੋਲੇ, ਉਹਦੇ ਜੋ ਛੋਟੇ ਛੋਟੇ ਬੇਬੀਜ਼ ਨੇ ਸਫੀਅਰ ਦੇ ਰੂਪ ਦੇ ਵਿੱਚ ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਵੇਵਲੈਟ, ਠੀਕ ਹੈ। ਪਿਗ ਦੇ ਬੇਬੀ ਨੂੰ ਪਿਗਲੈਟ ਕਹਿੰਦੇ ਆ ਤਾਂ ਵੇਵ ਦੇ ਛੋਟੇ ਜਿਹੇ ਆਹ ਵਾਲੇ ਸਫੀਅਰ ਨੂੰ ਕੀ ਕਵਾਂਗੇ? ਵੇਵਲੈਟ। ਹਾਂਜੀ, ਤਾਂ ਸੈਕਿੰਡ ਪੁਆਇੰਟ ਆਪਣੇ ਕੋਲੇ ਹੈ ਦੀ ਨਿਊ ਪੋਜੀਸ਼ਨ of the wave front at any instant called secondary wave front। ਅੱਛਾ, ਜੋ ਆਪਣੇ ਕੋਲ ਗਿਵਨ ਹੈ ਵੇਵ ਫਰੰਟ ਉਹਨੂੰ ਆਪਾਂ ਪ੍ਰਾਇਮਰੀ ਵੇਵ ਫਰੰਟ ਕਵਾਂਗੇ, ਠੀਕ ਹੈ। ਅਤੇ ਜੋ ਨਵੀਂ ਪੋਜੀਸ਼ਨ ਆਈ ਹੈ ਉਹਨੂੰ ਆਪਾਂ ਕੀ ਕਵਾਂਗੇ? ਸੈਕੰਡਰੀ ਵੇਵ ਫਰੰਟ।
इज़ द इनवैलप ऑफ सैकेंडरी वेवलेट एट दैट इंस्टेंट। जो न्यू पोजीशन आई है वो की है, इनवैलप है। इनवैलप का मतलब की होंदा है, ਉਹਦੇ ਵਿੱਚ बहुत सारिया वेवलेट्स होणगियां, वो होणगियां सैकेंडरी वेवलेट्स, ठीक है। उन्हां दा इनवैलप है न्यू पोजीशन। तो ये जो अपने कोले फस्ट पॉइंट है और सैकेंड पॉइंट है, इनू आपां की कह दिंने आ, हाइगन्स प्रिंसीपल। ये दो असम्पशनस हाइगन्स प्रिंसीपल है या आपां इनू हाइगन्स कंस्ट्रक्शन भी कह दिंने आ। तो आओ इस डायग्राम नू आपां अच्छी तरह स्टडी करते हैं कि हाइगन्स प्रिंसीपल दा एक्सप्रैशन की है, ठीक है, एक्चुअल दे विच है की ये। हाँ जी, नैक्सट अपने टॉपिक है जी लॉज ऑफ रिफ्लैक्शन एंड रिफ्रैक्शन इन वेव थ्योरी। तो नैक्सट आप ये करते हैं। हाँ जी, अगे है जी अपना टॉपिक MCQs। हाँ जी, लॉज ऑफ रिफ्लैक्शन नू प्रूव करन दे लई आपां एक डायग्राम बनावांगे, ठीक है। जो दो पॉइंट आपां ने पढ़े है कि वेव फ्रंट हमेशा परपेंडिकुलर हुंदी है डायरैक्शन ऑफ रे दे, और दूसरा ये हैगा कि आपां वेव फ्रंट तो जो गिवन वेव फ्रंट है टाइम 0 के उपर, वो तो आप एक न्यू वेव फ्रंट बना सकते हैं आफ्टर टाइम t, ठीक है, जिहदा जो रेडियस है डिस्टेंस है वेवलेट का वो कितना हुंदा है vt। तो देखो कोई भी एक रिफ्लैक्टिंग सरफेस लै लो, या तुसी मिरर उन्होंने कह सकते हो, मिरर लै सकते हो, रिफ्लैक्टिंग सरफेस इनू कहांगे। ਉਹਦੇ तो की अपने को एक लाइट इंसीडेंट हो रही है, ठीक है। रिफ्लैक्शन की होंगी है कि इंसीडेंट होएगी एक लाइट, फिर वो की है रिफ्लैक्ट हो जाएगी बैक सेम मीडियम दे विच, ਉਹਦਾ पाथ जो है अपने को सेम रहेगा सेम मीडियम दे विच। लॉज ऑफ रिफ्लैक्शन नू प्रूव करन दे लई आपां की है एक रिफ्लैक्टिंग सरफेस लवांगे या मिरर लै सकते हैं। ਉਹਦੇ ਉੱਪਰ ਕੀ ਹੈ ਲਾਈਟ ਨੂੰ ਇਨਸੀਡੈਂਟ ਕਰਵਾਵਾਂਗੇ ਤੇ ਉਹ ਕੀ ਹੈ ਰਿਫਲੈਕਟ ਹੋ ਜੂਗੀ ਸੇਮ ਮੀਡੀਅਮ ਦੇ ਵਿੱਚ। ਇਹੀ ਆਪਣੇ ਕੋਲ ਰਿਫਲੈਕਸ਼ਨ ਹੁੰਦੀ ਹੈ ਡੈਫੀਨੇਸ਼ਨ। ਰਿਫਲੈਕਟਿੰਗ ਸਰਫੇਸ ਦੇ ਉੱਪਰ ਕੀ ਹੈ ਇਨਸੀਡੈਂਟ ਲਾਈਟ ਆਈ, ਇਨਸੀਡੈਂਟ ਰੇ ਆਈ। ਦੂਸਰੀ ਆਪਾਂ ਕੀ ਹੈ ਇੱਕ ਹੋਰ ਇਨਸੀਡੈਂਟ ਰੇ ਇੱਥੋਂ ਤੱਕ ਆਊਗੀ, ਇਹਨੂੰ ਆਪਾਂ ਅੱਗੇ ਐਕਸਟੈਂਡ ਕਰ ਦਾਂਗੇ, ਠੀਕ ਹੈ। ਉੱਥੇ ਕੀ ਆਪਾਂ ਇੱਕ ਨੋਰਮਲ ਡਰਾ ਕਰਾਂਗੇ, ਦੈਟ ਇਜ਼ AB। AB ਨੋਰਮਲ ਡਰਾ ਕੀਤਾ। ए बी अपने कोले कोई इंसीडेंट वेव फ्रंट है, जो अपन नॉर्मल लै रहे हैं वो अपने को इंसीडेंट वेव फ्रंट है, ठीक है। और ये जो हाइगन सीगा इन्हें यही कहा सीगा कि रेज नहीं इंसीडेंट होणगियां, हाई वेव फ्रंट इंसीडेंट होगा। ए पॉइंट ते अपने को टाइम t0 है। उस बाद इस पॉइंट ते जो बी नू आपां अगे एक्सटेंड करांगे तो टाइम जो है t हो जाऊगा, ठीक है। जो वेव की स्पीड है वो हैगी है vt, और डिस्टेंस कितना अपने को ट्रैवल होएगा vt। ये आपां ने की करना है एक नवा वेव फ्रंट बनाना है किसी भी टाइम t दे उपर। तो उहदे लई आपां की करांगे, उहदे वास्ते आपां करांगे कि ए वाले पॉइंट ते एक आपां आर्क ड्रॉ करांगे। उस तो बाद की है देखो आर्क ड्रॉ करनी आपां किते भी कर सकते हैं, पर रिफ्लैक्शन दे विच अपने कोल की हुंदा है मीडियम चेंज नहीं हुंदा है। लाइट इत्थे आऊगी, इत्थों रिफ्लैक्ट हो जूगी, इस करके की है आपां उपर वाली जगह दे विच किते भी आर्क ड्रॉ करांगे। वैसे तो अकॉर्डिंग टू हाइगन प्रिंसीपल, हाइगन ने यह कहा सीगा कि सफीयर बनाना है आपां ने, पर आपां की करांगे कि अपनी कॉमन सेंस यूज़ करते हुए एक छोटी जी आर्क ड्रॉ करांगे, ठीक है। हैमीस्फीयर भी कह सकते हैं। इत्थे जी तुसी की है एक आर्क ड्रॉ कर लो। उस तो बाद की है एक कॉमन टेंजेंट ड्रॉ करांगे, इत्थों कॉमन टेंजेंट, इस कॉमन टेंजेंट ड्रॉ आपां ने कर लिया। हाँ जी, आपां की कीता, उस तो बाद की करांगे ए पॉइंट नू C नाम दे दो, ए पॉइंट नू D नाम दे दो, ठीक है। ये अपने को की है CD रिफ्लैक्टेड वेव फ्रंट, ये अपने को रिफ्लैक्टेड वेव फ्रंट आया है। तो रिफ्लैक्टेड वेव फ्रंट है जिहड़ा ये तो की है एक ए पॉइंट तो अपने को जो चलिया सीगियां तो इत्थे पहुँच गई आर्क, इत्थों चले तो इत्थे पहुँच गई आर्क, ठीक है। दैट मीनस इस तरह की स्ट्रक्चर बन जाएगी। ये की है सेम स्पीड नाल ये वेव फ्रंट मूव करते हैं, ठीक है।
ਸਪੀਡ ਸੇਮ ਕਿਉਂ ਹੁੰਦੀ ਹੈ? ਕਿਉਂਕਿ ਮੀਡੀਅਮ ਆਪਣੇ ਕੋਲੇ ਚੇਂਜ ਨਹੀਂ ਹੋਇਆ ਹੈ। ਅੱਛਾ, ਉਸ ਤੋਂ ਬਾਅਦ ਹੈ ਸੀ ਪੁਆਇੰਟ ਤੋਂ ਆਪਣੇ ਕੋਲ ਰਿਫਲੈਕਸ਼ਨ ਹੋ ਜੂਗੀ। ਏ ਪੁਆਇੰਟ ਤੋਂ ਜਦੋਂ ਰਿਫਲੈਕਸ਼ਨ ਹੋਊਗੀ ਤਾਂ ਇੱਥੋਂ ਲਾਈਟ ਇੱਥੇ ਚਲੀ ਜਾਏਗੀ। ਠੀਕ ਹੈ, ਇੱਥੇ ਆਪਣੇ ਕੋਲ 90 ਡਿਗਰੀ ਬਣਿਆ, ਇੱਥੇ ਵੀ ਆਪਣੇ ਕੋਲ 90 ਡਿਗਰੀ ਬਣਿਆ। ਆਪਾਂ ਨੇ ਕੀ ਕਿਹਾ ਸੀਗਾ ਕਿ ਨਿਊ ਵੇਵ ਫਰੰਟ ਬਣਾਉਣ ਦੇ ਲਈ ਜਿਹੜਾ ਵੇਵ ਫਰੰਟ ਹੈ ਉਹ ਹਮੇਸ਼ਾ ਰੇਜ਼ ਦੀ ਡਾਇਰੈਕਸ਼ਨ ਦੇ ਪਰਪੈਂਡੀਕੂਲਰ ਹੁੰਦਾ ਹੈ। ਠੀਕ ਹੈ, ਤੇ ਆਪਣੇ ਕੋਲੇ ਨਿਊ ਵੇਵ ਫਰੰਟ ਬਣ ਜਾਏਗਾ ਸੀ ਤੋਂ ਉਹ ਕੀ ਹੋਊਗਾ 90 ਡਿਗਰੀ ਤੇ, ਡੀ ਤੋਂ ਵੀ ਕੀ ਹੋਊਗਾ 90 ਡਿਗਰੀ ਤੇ। ਆ ਵੀ ਐਂਗਲ 90 ਡਿਗਰੀ ਹੈ, ਇਹ ਵੀ ਆਪਣੇ ਕੋਲ ਐਂਗਲ 90 ਡਿਗਰੀ ਹੈ। ਹਾਂਜੀ, ਤਾਂ ਇਹ ਆਪਣੇ ਕੋਲੇ ਕੀ ਹੋਊਗਾ ਇੰਸੀਡੈਂਟ ਵੇਵ ਫਰੰਟ, ਔਰ ਇਹ ਆਪਣੇ ਕੋਲੇ ਕੀ ਬਣ ਗਿਆ ਰਿਫਲੈਕਟਡ ਵੇਵ ਫਰੰਟ। ਹਾਂਜੀ, ਹੁਣ ਆਪਾਂ ਐਂਗਲਸ ਬਾਰੇ ਸਟੱਡੀ ਕਰ ਲੈਂਦੇ ਹਾਂ। ਹਾਂਜੀ, ਐਂਗਲਸ ਪਤਾ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਕੀ ਹੈ ਡਰਾ ਕਰਾਂਗੇ ਇੱਕ ਨਾਰਮਲ ਦਾ ਇੰਸੀਡੈਂਟ ਰੇ ਨਾਲ ਐਂਗਲ ਆਪਾਂ ਨੂੰ ਪਤਾ ਆਈ ਹੁੰਦਾ। ਠੀਕ ਹੈ, ਉਸ ਤੋਂ ਬਾਅਦ ਹੈ ਜੀ ਇੰਸੀਡੈਂਟ ਰੇ ਤੇ ਇਹ ਜੋ ਵੇਵ ਫਰੰਟ ਹੈ ਇਹਨਾਂ ਦੇ ਵਿੱਚ ਐਂਗਲ ਹੈਗਾ ਆਪਣੇ ਕੋਲ 90 ਡਿਗਰੀ। ਠੀਕ ਹੈ, ਔਰ ਨਾਰਮਲ ਤੇ ਇਹ ਵੇਵ ਫਰੰਟ ਜੋ ਹੈ ਇਹਦਾ ਆਪਣੇ ਕੋਲੇ ਐਂਗਲ ਕਿੰਨਾ ਆ ਜਾਊਗਾ 90 ਡਿਗਰੀ ਮਾਈਨਸ ਆਈ। ਠੀਕ ਹੈ, ਹੁਣ ਜੋ ਆਪਣੇ ਕੋਲ ਏ ਬੀ ਹੈ ਇਹ ਕੀ ਹੈ, ਇਹ ਹੈ ਵੇਵ ਫਰੰਟ। ਤਾਂ ਵੇਵ ਫਰੰਟ ਦਾ ਪਲੱਸ ਇਹ ਜੋ ਆਪਣੇ ਕੋਲ ਰਿਫਰੈਕਟਿਵ ਸਰਫੇਸ ਹੈ, ਰਿਫਲੈਕਟਿੰਗ ਸਰਫੇਸ ਹੈ, ਇਹਨਾਂ ਦੋਵਾਂ ਦੇ ਵਿੱਚ ਐਂਗਲ ਪਤਾ ਕਰਾਂਗੇ ਨਾ। ਠੀਕ ਹੈ, ਕਿਉਂਕਿ ਹਾਈਗਨਸ ਪ੍ਰਿੰਸੀਪਲ ਇਹੀ ਕਹਿੰਦਾ ਹੈ ਕਿ ਆਪਣੇ ਕੋਲੇ ਵੇਵ ਫਰੰਟ ਆਉਣਗੇ। ਹੁਣ ਇੰਸੀਡੈਂਟ ਰੇ ਨਹੀਂ ਲੈਣੀ, ਹੁਣ ਆਪਾਂ ਨੇ ਵੇਵ ਫਰੰਟ ਨੂੰ ਇੰਸੀਡੈਂਟ ਕਰਵਾਇਆ ਰਿਫਲੈਕਟਿੰਗ ਸਰਫੇਸ ਦੇ ਵਿੱਚ। ਤਾਂ ਆਪਾਂ ਆਪਣਾ ਐਂਗਲ ਪਤਾ ਕਰ ਲੈਂਦੇ ਹਾਂ ਇਹ ਵਾਲਾ। ਠੀਕ ਹੈ, ਉਹਦੇ ਲਈ ਸਭ ਤੋਂ ਪਹਿਲਾਂ ਕੀ ਹੈ ਕਿ ਐਂਗਲ ਆਪਣੇ ਕੋਲੇ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਨਾਰਮਲ ਹੈ ਪਲੱਸ ਜਿਹੜਾ ਆਪਣੇ ਕੋਲੇ ਰਿਫਲੈਕਟਿੰਗ ਸਰਫੇਸ ਹੈ ਇਹ ਹੈਗਾ ਜੀ 90 ਡਿਗਰੀ ਦਾ। ਇਹ 90 ਡਿਗਰੀ ਹੈ। ਆਹ ਵਾਲਾ ਐਂਗਲ ਜੋ ਹੈ ਆਪਣੇ ਕੋਲੇ 90 ਡਿਗਰੀ ਮਾਈਨਸ ਆਈ ਹੈ, ਤੇ ਇਹ ਵਾਲਾ ਐਂਗਲ ਫਿਰ ਕਿੰਨਾ ਹੋਊਗਾ, ਇਹ ਵਾਲਾ ਹੋਏਗਾ ਜੀ ਪੂਰੇ ਐਂਗਲ ਦੇ ਵਿੱਚੋਂ ਆਪਾਂ ਇਹ ਜੋ 90 ਡਿਗਰੀ ਮਾਈਨਸ ਆਈ ਹੈ ਇਹਨੂੰ ਮਾਈਨਸ ਕਰ ਦੇਣਾ, ਤੇ ਇਹ ਕੀ ਆ ਜਾਊਗਾ 90 ਡਿਗਰੀ ਮਾਈਨਸ 90 ਡਿਗਰੀ, ਇਹ ਵਾਲਾ ਮਾਈਨਸ ਤੇ ਇਹ ਵਾਲਾ ਮਾਈਨਸ ਪਲੱਸ ਆਇਓਟਾ, ਇਹ ਆਈ ਕੈਂਸਲ ਹੋ ਕੇ ਇਹ ਆਪਣੇ ਕੋਲ ਕੀ ਆ ਜਾਏਗਾ ਆਈ। ਤਾਂ ਇਹ ਐਂਗਲ ਕੀ ਬਣ ਗਿਆ, ਆ ਵਾਲਾ ਐਂਗਲ आई, मतलब एंगल बिटवीन वेव फ्रंट AB एंड रिफ्लेक्टिंग सरफेस। हाँ जी, तो नैक्सट अपने को है जी एंगल ऑफ रिफ्लैक्शन पता करना है। तो वो वास्ते अपन एक नॉर्मल ड्रॉ कर लिया। ठीक है, नॉर्मल ड्रॉ करन तो बाद ਆਪਾਂ ਇਹ ਕਵਾਂਗੇ ਕਿ ਜਿਹੜਾ ਇਹ ਵੇਵ ਫਰੰਟ ਹੈ ਤੇ ਜਿਹੜਾ ਆਪਣੇ ਕੋਲੇ ਇਹ ਰਿਫਲੈਕਟਡ ਰੇ ਹੈ ਇਹਨਾਂ 'ਚ ਐਂਗਲ ਕਿੰਨਾ ਹੈਗਾ 90 ਡਿਗਰੀ। ਠੀਕ ਹੈ, ਨਾਰਮਲ ਦੇ ਨਾਲ ਆਹ ਵਾਲੀ ਜੋ ਰੇ ਹੈ ਇਹ ਐਂਗਲ ਕਿੰਨਾ ਬਣਾਉਂਦੀ ਹੁੰਦੀ ਹੈ ਆਰ। ਰਿਫਲੈਕਟਡ ਰੇ ਨਾਰਮਲ ਦੇ ਨਾਲ ਐਂਗਲ ਬਣਾਉਂਦੀ ਹੈ ਜੀ ਆਰ, ਜਿਹਨੂੰ ਆਪਾਂ ਐਂਗਲ ਆਫ ਰਿਫਲੈਕਸ਼ਨ ਕਹਿੰਦੇ ਹਾਂ। ਉਸ ਤੋਂ ਬਾਅਦ ਜਿਹੜਾ ਆਹ ਵਾਲਾ ਐਂਗਲ ਹੈ ਆਪਣੇ ਕੋਲ, ਇਹ ਵਾਲਾ ਐਂਗਲ, ਇਹਨੂੰ ਕੀ ਕਵਾਂਗੇ ਆਪਾਂ ਕਿ ਪੂਰੇ ਐਂਗਲ ਦੇ ਵਿੱਚੋਂ ਆਪਾਂ ਨੇ ਆਰ ਐਂਗਲ ਰਿਫਲੈਕਸ਼ਨ ਮਾਈਨਸ ਕਰਤਾ ਹੈ। ਆਹ ਵਾਲੇ ਐਂਗਲ ਵਿੱਚੋਂ ਜਦੋਂ ਆਪਾਂ ਇੰਨਾ ਕੁ ਐਂਗਲ ਮਾਈਨਸ ਕਰਾਂਗੇ ਤਾਂ ਆਹ ਵਾਲਾ ਐਂਗਲ ਆ ਜਾਣਾ। ਇਹ ਆਪਣੇ ਕੋਲ ਆ ਗਿਆ 90 ਡਿਗਰੀ ਮਾਈਨਸ ਆਰ। ਠੀਕ ਹੈ, ਅੱਛਾ, ਉਸ ਤੋਂ ਬਾਅਦ ਹੈ ਆਪਣੇ ਕੋਲੇ कि ए वाला है 90 डिग्री माइनस आर, ए वाला आर है और ए वाला 90 डिग्री है। हुण इस साइड की गल करिए, नॉर्मल दे आ वाला 90 डिग्री एंगल है, ए वाला एंगल आपां नूं पता है किन्ना हैगा 90 माइनस आर।
ਤੇ ਆਹ ਵਾਲਾ ਕਿੰਨਾ ਹੋਊਗਾ ਐਂਗਲ, ਇਹ ਕਿੰਨਾ ਹੋਊਗਾ 90 ਵਿੱਚੋਂ 90 ਡਿਗਰੀ ਮਾਈਨਸ ਆਰ ਮਾਈਨਸ ਕਰ ਦੇਣਾ ਹੈ। ਠੀਕ ਹੈ, ਦੇਖੋ ਇਹ ਕੀ ਬਣੂਗਾ 90 ਡਿਗਰੀ ਮਾਈਨਸ 90 ਡਿਗਰੀ ਪਲੱਸ ਆਰ, ਇਹ ਵਾਲਾ ਕੀ ਹੈ ਮਾਈਨਸ ਮਾਈਨਸ ਪਲੱਸ ਹੋ ਜਾਊਗਾ। 90 ਨਾਲ 90 ਮਾਈਨਸ ਕੈਂਸਲ, ਤਾਂ ਆਰ ਕੀ ਆਪਣੇ ਕੋਲੇ ਬਚ ਗਿਆ। ਤਾਂ ਇਹ ਐਂਗਲ ਕਿਹੜਾ ਹੋਊਗਾ, ਇਹ ਐਂਗਲ ਹੋਊਗਾ ਆਰ। ਠੀਕ ਹੈ, ਤਾਂ ਇਹਦਾ ਮਤਲਬ ਕੀ ਆਪਣੇ ਕੋਲੇ ਕਿ ਇਹ ਜੋ ਐਂਗਲ ਹੈ ਇਹ ਕੀ ਹੈ ਆਰ। ਠੀਕ ਹੈ, ਔਰ ਇੱਕ ਐਂਗਲ ਆ ਵੀ ਕੀ ਹੈ ਆਰ। ਇਹ ਵਾਲਾ ਆਰ ਕੀ ਹੈ, ਕਿਹੜਾ ਐਂਗਲ ਹੈ, ਇਹ ਹੈਗਾ ਐਂਗਲ ਬਿਟਵੀਨ ਵੇਵ ਫਰੰਟ, ਠੀਕ ਹੈ, ਐਂਡ ਰਿਫਲੈਕਟਿੰਗ ਸਰਫੇਸ। ਹਾਂਜੀ, ਤੇ ਨੈਕਸਟ ਆਪਣੇ ਕੋਲ ਆਪਣੀਆਂ ਟ੍ਰਾਇੰਗਲਸ ਨੇ। ਠੀਕ ਹੈ, RHS ਰੂਲ ਦੇ ਅਕੋਰਡਿੰਗ ਜੋ ਲਾਈਨ BC ਹੈ ਔਰ ਲਾਈਨ AD ਹੈ, ਇਹਨਾਂ ਦਾ ਡਿਸਟੈਂਸ ਸੇਮ ਹੈ, ਦੈਟ ਇਜ਼ VT। ਉਸ ਤੋਂ ਬਾਅਦ ਹੈ ਜੀ corresponding sides and corresponding angles are always equal and angles opposite to equal sides are equal। that means जो अपने कोले AC और AC लाइन है A ते कॉमन है ही, नाल अपने कोले की है opposite sides वो भी इक्वल होणगियां, that is AB and CD। उस तो बाद है opposite angles भी इक्वल होणगे, that means एंगल I and एंगल R भी अपने कोले इक्वल है। RHS रूल के अकॉर्डिंग जो अपने कोले ट्रायंगल है, ट्रायंगल ABC एंड ट्रायंगल ADC ये की होणगियां कॉन्ग्रुएंट होणगियां। ਤਾਂ ਇੱਥੋਂ ਆਪਣੇ ਕੋਲੇ ਕੀ ਪ੍ਰੂਵ ਹੋ ਗਿਆ ਹੈ ਕਿ ਜਿਹੜਾ ਐਂਗਲ I ਹੈ ਉਹ ਕਿਹਦੇ ਇਕੁਅਲ ਹੈ, ਐਂਗਲ R ਦੇ। ਇਹੀ ਆਪਣਾ ਫਸਟ ਰੂਲ ਹੈ ਲੋ ਆਫ ਅਟਰੈਕਸ਼ਨ, ਲੋ ਆਫ ਰਿਫਲੈਕਸ਼ਨ ਦਾ। ਇਹ ਲੋ ਹੈਗਾ ਕਿ ਐਂਗਲ ਆਫ ਇੰਸੀਡੈਂਸ ਇਜ਼ ਇਕੁਅਲ ਟੂ ਐਂਗਲ ਆਫ ਰਿਫਲੈਕਸ਼ਨ ਹੋਣਾ ਚਾਹੀਦਾ। ਹਾਂਜੀ, ਉਸ ਤੋਂ ਬਾਅਦ ਹੈ ਜੀ ਆਪਣਾ ਸੈਕਿੰਡ ਲੋ। ਸੈਕਿੰਡ ਲੋ ਦੇ ਵਿੱਚ ਕੀ ਕਹਿੰਦੇ ਆ ਕਿ ਜਿਹੜੇ ਆਪਣੇ ਕੋਲੇ ਇੰਸੀਡੈਂਟ ਵੇਵ ਫਰੰਟ ਹੈ AB ਤੇ ਰਿਫਲੈਕਟਿੰਗ ਸਰਫੇਸ ਹੈ AC ਐਂਡ ਰਿਫਲੈਕਟਡ ਵੇਵ ਫਰੰਟ ਹੈ CD, ਇਹ ਸਾਰੇ ਕੀ ਨੇ ਪਰਪੈਂਡੀਕੂਲਰ ਹੈ ਜੋ ਆਪਣੇ ਕੋਲੇ ਆਪਣੀ ਸ਼ੀਟ ਦਿੱਤੀ ਹੋਈ ਹੈ ਜਾਂ ਆਪਾਂ ਕੀ ਕਹਿ ਸਕਦੇ ਹਾਂ ਆਪਣੀ ਸਲਾਈਡ ਦੇ। ਠੀਕ ਹੈ, ਜੋ ਬੋਰਡ ਆਪਾਂ ਨੂੰ ਵਿਜ਼ੀਬਲ ਹੈ ਇਹ ਤਿੰਨੋਂ ਚੀਜ਼ਾਂ ਉਹਦੇ ਪਰਪੈਂਡੀਕੂਲਰ ਨੇ। The incident rays are perpendicular to AB, normal is perpendicular to AC, reflected ray are perpendicular to CD। जो अपने कोल इंसीडेंट रे है वो AB ਦੇ perpendicular है, जो normal है वो AC ਦੇ perpendicular है और जो reflected ray है वो CD ਦੇ perpendicular है। तो ਇਹਦਾ मतलब अपने ਕੋਲੇ ਕੀ है इंसीडेंट रे, नॉर्मल एंड रिफ्लैक्टेड रे, ये तीनों दी तीनों की करती हैं सेम प्लेन के उपर लाई करती हैं। तो ये की अपना सैकेंड लॉ है। हाँ जी, नैक्सट आप करेंगे अपना प्रूफ फॉर लॉज ऑफ रिफ्रैक्शन। तो रिफ्रैक्शन के अपने को दो लॉज ने, पहला लॉ है कि सेम प्लेन के विच लाई करेंगे और दूसरा लॉ है स्नैल्स लॉ। तो मान लो अपने कोले की है दो इंसीडेंट लाइट्स ने इके बाउंड्री आपां लई है। हुण आपां की करांगे, एक मीडियम 1 लवांगे, एक मीडियम 2 लवांगे। ठीक है, एक मीडियम तो इंसीडेंट रेज आ रही ने पैरेलल, एक पॉइंट ते आके बाउंड्री ते आके रिफ्लैक्ट हो जानी है। ठीक है, और शुरुआत दे विच जिहड़ी अपने कोल इंसीडेंट रे है जदों ओह स्ट्राइक करेगी, इंसीडेंट करेगी किसी पॉइंट ते, उत्थे टाइम की होएगा 0। दूसरी ते इत्थे अपने कोले टाइम की लैना T लैना।
ਇੱਥੇ ਆਪਾਂ ਨੇ ਇੰਸੀਡੈਂਟ ਰੇਜ਼ ਤੋਂ ਰਿਫਲੈਕਟਡ ਰੇਜ਼ ਤੋਂ ਕੀ ਕਰਨਾ ਹੈ, ਇੰਸੀਡੈਂਟ ਤੇ ਰਿਫਲੈਕਟਡ ਵੇਵ ਫਰੰਟ ਬਣਾਉਣੇ ਆ। ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਕਿ ਇੱਕ ਲਾਈਟ ਆਪਣੇ ਕੋਲ ਆਈ ਹੈ A ਪੁਆਇੰਟ ਤੇ, ਠੀਕ ਹੈ। ਦੂਸਰੇ ਨੰਬਰ ਤੇ ਕੀ ਹੈ, B ਪੁਆਇੰਟ ਤੱਕ ਆਪਾਂ ਇੱਕ ਟੇਂਜੈਂਟ ਜਾਂ ਨਾਰਮਲ ਡਰਾ ਕਰ ਲਾਂਗੇ, ਠੀਕ ਹੈ। ਉਹਦਾ ਨਾਮ ਕੀ ਹੋਏਗਾ, AB। ਉਸ ਤੋਂ ਬਾਅਦ ਕੀ ਹੈਗਾ ਕਿ ਇਹ ਜੋ ਲਾਈਟ ਹੈ A ਪੁਆਇੰਟ ਵਾਲੀ T ਟਾਈਮ 0 ਹੈ, ਇੱਥੋਂ ਕੀ ਕਰੇਗੀ, ਰਿਫਲੈਕਟ ਹੋ ਜਾਏਗੀ। ਸੇਮ ਹੀ ਜੋ B ਵਾਲੀ ਹੈ ਇਹ ਐਕਸਟੈਂਡ ਹੋ ਕੇ ਇੱਥੇ ਆ ਕੇ ਟਕਰਾਏਗੀ ਤੇ ਅੱਗੇ ਜਾ ਕੇ ਕੀ ਹੈ, ਇੱਥੋਂ ਰਿਫਲੈਕਟ ਹੋ ਜਾਏਗੀ। ਹੁਣ ਆਪਾਂ ਕੀ ਕਰਾਂਗੇ, A ਪੁਆਇੰਟ ਨੂੰ C, A ਪੁਆਇੰਟ ਨੂੰ D ਮੰਨ ਲਵਾਂਗੇ, ਠੀਕ ਹੈ। ਔਰ ਇਹ ਜੋ AB ਆਇਆ ਹੈ ਇਹ ਆਪਣਾ ਕੀ ਹੈ, ਵੇਵ ਫਰੰਟ ਹੈ, ਠੀਕ ਹੈ। ਹੁਣ ਨਵਾਂ ਵੇਵ ਫਰੰਟ ਬਣਾਉਣਾ ਹੈ, ਦੈਟ ਇਜ਼ ਸੈਕੰਡਰੀ ਵੇਵ ਫਰੰਟ। ਤਾਂ ਉਹ ਕੀ ਕਰਾਂਗੇ ਆਪਾਂ, ਇੱਥੋਂ C ਪੁਆਇੰਟ ਤੋਂ ਇੱਕ ਆਰਕ ਖਿੱਚਾਂਗੇ, ਇਹੀ ਆਰਕ ਅੱਗੇ ਜਾ ਕੇ ਇੱਥੇ ਕਰੇਗੀ। ਇਸ ਤਰ੍ਹਾਂ ਆਪਾਂ ਨੇ ਇੱਕ ਸਰਕਲ ਬਣਾਉਣਾ ਹੁੰਦਾ ਹੈ, ਠੀਕ ਹੈ। ਪਰ ਆਪਾਂ ਕੀ ਕਰਦੇ ਹਾਂ, ਸਿਰਫ ਆਰਕ ਹੀ ਡਰਾ ਕਰਦੇ ਹਾਂ, ਠੀਕ ਹੈ। ਇੱਥੋਂ ਇੱਕ ਆਰਕ ਡਰਾ ਕੀਤੀ, ਇਹ ਆਰਕ ਅੱਗੇ ਤੱਕ ਜਾਊਗੀ ਔਰ ਇੱਥੋਂ ਆਪਾਂ ਨੇ ਕੋਮਨ ਟੇਂਜੈਂਟ ਡਰਾ ਕਰ ਲੈਣਾ। ਕੋਮਨ ਟੇਂਜੈਂਟ ਜਦੋਂ ਡਰਾ ਕਰਾਂਗੇ ਤਾਂ ਇਸ ਤਰ੍ਹਾਂ ਆਊਗਾ, ਠੀਕ ਹੈ। ਹੁਣ ਇਹ ਵਾਲਾ ਐਂਗਲ ਵੀ 90 ਹੈ, ਇਹ ਵਾਲਾ ਐਂਗਲ ਵੀ 90 ਹੈ। ਇਹ ਆਪਣੇ ਕੋਲ ਕੀ ਆ ਗਿਆ, ਆਪਣਾ ਸੈਕੰਡਰੀ ਵੇਵ ਫਰੰਟ, ਠੀਕ ਹੈ। ਇਹਨੂੰ ਆਪਾਂ ਰਿਫਰੈਕਟਡ ਵੇਵ ਫਰੰਟ ਵੀ ਬੋਲਦੇ ਹਾਂ, ਠੀਕ ਹੈ। ਇਹ ਜੋ ਆਪਾਂ ਨੇ ਇੱਥੇ ਡਰਾ ਕੀਤਾ ਸੀਗਾ ਇਹ ਸੀਗਾ ਇੱਕ ਕੋਮਨ ਟੇਂਜੈਂਟ। ਹੁਣ ਆਪਾਂ ਲॉज ਬਾਰੇ, ਐਂਗਲਸ ਬਾਰੇ ਸਟੱਡੀ ਕਰਦੇ ਹਾਂ ਕਿ ਇੱਕ ਆਪਾਂ ਇੱਥੇ ਨਾਰਮਲ ਡਰਾ ਕਰਾਂਗੇ, ਇੱਕ ਆਪਾਂ ਆਪਣਾ ਇੱਥੇ ਨਾਰਮਲ ਡਰਾ ਕਰਾਂਗੇ, ਠੀਕ ਹੈ। ਹਾਂਜੀ, ਤਾਂ ਦੇਖੋ ਇਹ ਜੋ ਟੋਟਲ ਐਂਗਲ ਹੈ ਆਪਣੇ ਕੋਲੇ ਇੱਥੋਂ ਲੈ ਕੇ ਇੱਥੋਂ ਤੱਕ ਇਹ ਹੈਗਾ ਜੀ 90 ਡਿਗਰੀ, ਠੀਕ ਹੈ। ਇੰਸੀਡੈਂਟ ਰੇ ਨਾਰਮਲ ਦੇ ਨਾਲ ਐਂਗਲ ਬਣਾਉਂਦੀ ਹੈ I, ਠੀਕ ਹੈ। ਤਾਂ ਉਸ ਤੋਂ ਬਾਅਦ ਹੈ ਕਿ ਇਹ ਵਾਲਾ ਜੋ ਵੇਵ ਫਰੰਟ ਹੈ ਇਹਨਾਂ ਕੋ ਇਹ ਐਂਗਲ ਕਿੰਨਾ ਬਣਾਊਗਾ, ਇਹ ਹੋਊਗਾ 90 ਡਿਗਰੀ ਮਾਈਨਸ I, ਹਾਂਜੀ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਇਹ ਵਾਲਾ ਨਾਰਮਲ ਰਿਫਰੈਕਟਿੰਗ ਸਰਫੇਸ ਦੇ ਨਾਲ, ਸੌਰੀ ਬਾਉਂਡਰੀ ਦੇ ਨਾਲ ਐਂਗਲ ਬਣਾ ਰਿਹਾ 90 ਡਿਗਰੀ। ਇਹ ਆਪਣੇ ਕੋਲੇ 90 ਮਾਈਨਸ I ਹੈ ਤੇ ਇਹ ਵਾਲਾ ਐਂਗਲ ਕਿੰਨਾ ਹੋਊਗਾ, I। ਇੱਥੇ ਵੀ ਆਪਾਂ ਨੇ ਹੁਣ ਦੋ ਟ੍ਰਾਇੰਗਲਸ ਲੈਣੀਆਂ ਨੇ। ਪਹਿਲੀ ਟ੍ਰਾਇੰਗਲ ਆਪਾਂ ਨੂੰ ਮਿਲ ਗਈ ਹੈ, ਦੈਟ ਇਜ਼ ADB। ਇਹ ਆਪਣੀ ਪਹਿਲੀ ਟ੍ਰਾਇੰਗਲ ਹੈ ADB। ਦੂਸਰੀ ਹੋਏਗੀ ACD। ਤਾਂ ਆਪਾਂ ਕੀ ਕਰਦੇ ਹਾਂ, ਹੁਣ ਨੈਕਸਟ ਆਪਣੇ ਐਂਗਲਸ ਪਤਾ ਕਰਦੇ ਹਾਂ। ਇਹ ਜੋ ਨਾਰਮਲ ਡਰਾ ਕੀਤਾ ਹੈ, ਇਹ ਜੋ ਰਿਫਰੈਕਟਡ ਰੇ ਹੈ ਇਹ ਐਂਗਲ ਬਣਾਉਗੀ ਆਪਣੇ ਕੋਲੇ R। ਇਹ ਜੋ ਟੋਟਲ ਆਪਣੇ ਕੋਲੇ ਹੈ ਬਾਉਂਡਰੀ ਦੇ ਨਾਲ ਨਾਰਮਲ ਤੱਕ ਦਾ ਇਹ ਹੈਗਾ ਹੈ 90 ਡਿਗਰੀ, ਠੀਕ ਹੈ। ਤਾਂ ਇਹ ਵਾਲੇ ਐਂਗਲ ਤੋਂ ਲੈ ਕੇ ਇੱਥੋਂ ਤੱਕ ਇਹ ਕਿੰਨਾ ਐਂਗਲ ਹੋਊਗਾ, ਇਹ ਹੋਊਗਾ 90 ਡਿਗਰੀ ਮਾਈਨਸ R। ਹਾਂਜੀ, ਉਸ ਤੋਂ ਬਾਅਦ ਕੀ ਆਪਾਂ ਆਪਣੀਆਂ ਟ੍ਰਾਇੰਗਲਸ ਲਵਾਂਗੇ। ਐਂਗਲਸ ਹੋ ਗਏ ਨੇ ਤਾਂ ਟ੍ਰਾਇੰਗਲਸ ਲਈਆਂ ਨੇ, ਠੀਕ ਹੈ। ਟ੍ਰਾਇੰਗਲਸ ਕੀ ਲਵਾਂਗੇ ਆਪਾਂ, ਇੱਕ ਆਪਣੀ ਟ੍ਰਾਇੰਗਲ ਹੈ
that is ट्रायंगल लवांगे जी ਆਪਾਂ ਇਹਦਾ ਨਾਮ ਹੈ ए बी डी that is this one A B D ਉਸ ਤੋਂ ਬਾਅਦ ट्रायंगल ਲਈ ਆਪਾਂ ਨੇ ट्रायंगल A C D नीचे वाली A C D जो एंगल C है वो 90 डिग्री है, जो एंगल B है वो 90 डिग्री है। ठीक है, तो आपां की करांगे, सब तो पहला आपां ये पता करांगे कि साइन आई की दे कोल हुंदा है P/H परपेंडिकुलर बाय हाइपोटेन्यूज। ठीक है, तो उसकी वैल्यू कितनी है V1T ਜਿਹੜਾ परपेंडिकुलर है अपने कोले वो की हैगा BD। ठीक है, BD परपेंडिकुलर है जिसकी वैल्यू कितनी दी हुई है V1T। आ देखो, तो अगे है अपने कोले हाइपोटेन्यूज दैट इज AD। ठीक है, AD अपने कोल की हैगा ये वाला हाइपोटेन्यूज है। हाँ जी, उस तो बाद है जी ट्रायंगल नंबर, ट्रायंगल आप देखनी है ACD वाली, A है, C है, D है। तो साइन R की होगा अपने को, ए वाला एंगल D की आ वाला एंगल की होएगा R होएगा। ठीक है, ए की लेना है P/H दैट इज V2T/AD। साइन आई अपने कोल की आ गया है V1T/AD और साइन आर अपने कोल की आया है V2T/AD। ठीक है, दो वैल्यूज़ निकाली अपने, ए मान लो फर्स्ट इक्वेशन है, ए मान लो सैकेंड इक्वेशन है। तो फर्स्ट नू सैकेंड नाल अपने डिवाइड करता है। ਜਦੋਂ ਆਪਾਂ डिवाइड करांगे फर्स्ट इक्वेशन ਨੂੰ सैकेंड इक्वेशन ਦੇ ਨਾਲ ਤਾਂ AD ਤੇ AD कैंसल, T ਨਾਲ T कैंसल, ਤਾਂ ਆਪਣੇ ਕੋਲ ਸਿਰਫ ਕੀ ਬਚੂਗਾ, ਆਪਣੇ ਕੋਲ ਬਚਣਾ ਹੈ V2/V1, फिर बचा V1/V2। ठीक है, तो ये जो है अपने कोले वेलोसिटी एक ही होंगी है कॉन्स्टेंट। तो साइन आई बाय साइन आर इज इक्वल टू कॉन्स्टेंट आ गया, जिन्होंने आप स्नैल्स लॉ कहने हैं। ये अपना की है लॉ ऑफ रिफ्रैक्शन। सैकेंड लॉ की हैगा, सैकेंड लॉ अपन ये कहता है कि जिन्ने भी अपने कोले इंसीडेंट रेज ने, रिफ्रैक्टेड रेज ने ते अपना नॉर्मल है, सारे दे सारे सेम प्लेन दे उपर लाई कर रहे हैं। ये अपना की है इंसीडेंट रेज ने। ठीक है, इंसीडेंट रेज ने, ये रिफ्रैक्टेड रेज ने और इत्थे अपना की है नॉर्मल है। सारे आ बाउंड्री दे उपरली साइड ते लाई कर रहे हैं, इस करके ऑल लाइज इन द सेम प्लेन। तो दोनों दे दोनों लॉ अपने प्रूव करते हैं। हाँ जी, तो आई होप सबनों समझ आ गई होएगी अज दे टॉपिक दी। ठीक है, तो MCQs ने जी अज दे टॉपिक दे उपर ही ने। पहला हैगा लोकस ऑफ ऑल पार्टिकल्स इन अ मीडियम वाइब्रेटिंग इन द सेम फेस इज कॉल्ड डैश। तब वो वाले पार्टिकल्स मीडियम दे विच वाइब्रेट करते हैं। ठीक है, सेम फेस विच उन्होंने की कहते हैं। फर्स्ट ऑप्शन है वेवलेट, सैकेंड है फ्रिंज, थर्ड है वेव फ्रंट एंड फोर्थ है नन ऑफ दिस।
ਤਾਂ ਆਪਾਂ ਨੇ ਅੱਜ ਹੀ ਪੜ੍ਹਿਆ ਹੈ ਕਿ ਉਹਨੂੰ ਕੀ ਬੋਲਦੇ ਆ, ਦੀ ਲੋਕਸ ਆਫ ਆਲ ਪਾਰਟੀਕਲਸ ਇਨ ਦ ਮੀਡੀਅਮ ਵਾਈਬ੍ਰੇਟਿੰਗ ਇਨ ਦ ਸੇਮ ਫੇਜ਼ ਇਜ਼ ਕਾਲਡ ਵੇਵ ਫਰੰਟ। ਤਾਂ ਆਪਸ਼ਨ ਸੀ ਇਜ਼ ਆਰ ਆਂਸਰ। हाँ जी, नेक्स्ट है जी हाइगन्स प्रिंसिपल थ्योरी और हाइगन्स थ्योरी ऑफ सेकेंडरी वेव्स कैन बी यूज टू फाइंड। तो हाइगन्स की थ्योरी सेकेंडरी वेव्स की जो है वो की चीज़ पता करने के लिए वरती जाती है। फर्स्ट है ए ऑप्शन वेलोसिटी ऑफ लाइट, बी ऑप्शन द वेवलेंथ ऑफ लाइट, सी ऑप्शन वेव फ्रंट ज्योमैट्रिकली, डी ऑप्शन मैग्नीफाइंग पावर ऑफ माइक्रोस्कोप। तो ऑप्शन नंबर सी इज़ आर राइट आंसर। तो वेव फ्रंट ज्योमैट्रिकली पता करते हैं आप हाइगन्स थ्योरी द्वारा। थर्ड है जी हाइगन्स कंसैप्ट ऑफ सेकेंडरी वेव। फर्स्ट ऑप्शन है अलाउज अस टू फाइंड द फोकल लेंथ ऑफ अ थिक लेंस, बी ऑप्शन है इज़ अ ज्योमैट्रिकल मेथड टू फाइंड अ वेव फ्रंट, सी ऑप्शन इज़ यूज टू डिटरमिन द वेलोसिटी ऑफ लाइट एंड डी ऑप्शन इज़ यूज टू एक्सप्लेन पोलराइजेशन। तो ਆਪਾਂ ਨੂੰ पता ही है कि हाइगन्स कंसैप्ट ਜਿਹੜਾ है सैकेंडरी वेव्स का वो की करता है, इज़ ए जियोमैट्रिकल मैथड टू फाइंड अ वेव फ्रंट। वेव फ्रंट ਨੂੰ पता ਕਰਨ ਦੇ ਲਈ ਆਪਣੇ ਕੋਲ ਇਹ ਮੈਥਡ ਵਰਤਿਆ ਜਾਂਦਾ। ਤਾਂ ਆਪਸ਼ਨ ਬੀ ਇਜ਼ ਆਰ ਰਾਈਟ ਆਂਸਰ। हाँ जी, फोर्थ MCQ है जी लाइट ट्रैवल्स एज आ। एक फिगर दी हुई है, ये कह रहे हैं कि लाइट ट्रैवल्स एज आ, किस तरह लाइट मूव करती है। फर्स्ट है पैरेलल बीम इन ईच मीडियम, सेकंड कन्वर्जेंट बीम इन ईच मीडियम, थर्ड इज़ डाइवर्जेंट बीम इन ईच मीडियम एंड फोर्थ इज़ डाइवर्जेंट बीम इन वन मीडियम एंड कन्वर्जेंट बीम इन वन मीडियम। तो पहली ऑप्शन कहती है पैरेलल ने, दूजी कहती है कि सारे इको पॉइंट ते कन्वर्ज हो रहे हैं, मतलब इको पॉइंट ते आ रहे हैं। तीसरी कह रही है कि एक पॉइंट तो अलग अलग डायरैक्शन वाल मूव कर रहे हैं। तो डी ऑप्शन अपने को कहती है कि एक मीडियम दे विच तां ओह की है डाइवर्जेंट हो रहे हैं, दूसरे मीडियम दे विच कन्वर्जेंट है। तो आप सही देख ही सकते हैं कि जो अपने को ए लाइनस है तो ए लाइनस ने ये दोनों मीडियम्स दे विच की है पैरेलल है। तो ऑप्शन नंबर ए इज़ आर राइट आंसर। हाँ जी, फिफ्थ MCQ है जी अपने को कि अगर आई इंसीडेंस है एंगल, ठीक है, तो कहते वेव इंसीडेंट वेव फ्रंट ते रिफ्लैक्टिंग सरफेस दे विच अपने को एंगल कितना होएगा। तो देखो कोई भी मान लो ये अपने को रिफ्लैक्टिंग सरफेस है, ये आप नॉर्मल लिया, ठीक है, इतों इंसीडेंट रे अपने को इंसीडेंट कर रही है। मान लो ये वाला एंगल हैगा आई, टोटल एंगल 90 डिग्री, तो ये वाला एंगल उन्होंने पूछा कितना होएगा, तो ये वाला एंगल होएगा 90 डिग्री माइनस आई। तो ऑप्शन बी इज़ आर राइट आंसर। हाँ जी, नेक्स्ट है जी क्वेश्चन नंबर 6। वट इज़ द शेप ऑफ वेव फ्रंट ऑन अर्थ ड्यू टू सनलाइट। सनलाइट के कारण अपने को किहो जिहा वेव फ्रंट की शेप बनती है। तो ऑप्शन सी इज़ आर राइट आंसर, प्लेन वेव फ्रंट बनता है। हाँ जी, नेक्स्ट है जी 7th एंड लास्ट क्वेश्चन। इन हाइगन्स प्रिंसिपल द रिलेशन बिटवीन वेव फ्रंट एंड रे ऑफ लाइट इज़। की रिलेशन हुंदा है वेव फ्रंट ते रे दे विच। तो आपां ने पढ़िया ही है कि जिहड़ी रे है, रे ऑफ लाइट है, वो की है परपेंडिकुलर हुंदी है वेव फ्रंट दे। तो ऑप्शन ए इज़ आर राइट आंसर।